We talked about Man Singh Chor last time. I know anybody got a chance to listen to him or not. Yeah. ਉਹਨਾਂ ਦਾ ਯੂਕੇ ਵਾਲਾ ਟੂਰ, ਉਹਨਾਂ ਦਾ ਕੈਨਿਆ ਵਾਲਾ, ਉਹਨਾਂ ਦਾ ਸਿੰਗਾਪੁਰ ਵਾਲਾ, ਕਾਫੀ ਪ੍ਰੇਮੀਆਂ ਨੇ ਮਤਲਬ ਕਿ ਪਾਇਆ ਹੋਇਆ ਸਾਰਾ ਕੁਝ। ਵੀਰ ਜੀ, ਕੈਨ ਯੂ ਟੇਕ ਅ ਨੈਪਕਿਨ? ਇੱਥੇ ਤੇ ਬਹੁਤ ਹੈ ਨੇ bugs, you know, and just pick it up or something, you know. And then I thought about it yesterday when I came back home last time, though, that we also talked about another important personality in that days, you know. ਇਹ ਥੋੜਾ ਗੈਸ ਕਰਨਾ ਮੁਸ਼ਕਿਲ ਹੋਏਗਾ। Can somebody take a wild guess? ਕੌਣ ਹੋ ਸਕਦਾ ਹੈ ਬੰਦਾ? Born in sometime in 1872, we don't know the birth date. Passed away in 1952. Left a big impact on Gurmat de different aspect de utte. Can anybody take a chance though? Anybody? Hani? नहीं भाई दीप सिंह वो तो पहले हो गई सी डेथ होना दी। I'm going to give you a hint though कि पंथ दे ਵੱਡੇ ਸਤਕਾਰੇ ਹੋਏ ਮਹਾਨ ਕੀਰਤਨੀਏ ਸਨ ਜਿਨ੍ਹਾਂ ਦੀ ਡੈਥ 1952 ਵਿੱਚ ਹੋਈ। 1872 ਤੋਂ ਲੈ ਕੇ 1952 ਤੱਕ। Before I mention his name though, can somebody in the class name me a few ਕੀਰਤਨੀਆਸ from Guru Sahib's time ਤੋਂ ਲੈ ਕੇ? ਮੈਂ ਤੁਸੀਂ ਇਹ ਹੋਮਵਰਕ ਹੈ ਤੁਹਾਡਾ, ਤੁਸੀਂ ਕਰਕੇ ਆਣਾ, but I'm not going to write lot of names. I'm going to write few names in here though. ਗੁਰੂ ਘਰ ਦੇ ਸਾਜੇ ਨਵਾਜੇ ਹੋਏ ਕੀਰਤਨੀ ਹੈ ਗੁਰੂ ਘਰ ਦੇ, ਗੁਰੂ ਨਾਨਕ ਦੇ ਟਾਈਮ ਤੋਂ। Can somebody name those big kirtaniyas before we mention this gentleman's name? Starting with, of course, with Bhai Mardana will come first though. I mean, लेकिन remember though कि I'm going to put an R here next to him for Rababi son, you know. So let me make the distinction between... surrounded himself with people who are telling him the truth in a variety of ways. So yeah, somebody's watching TV. So... Hanji? Okay, yeah. The R ਮੈਂ ਤਾਂ ਪਾਇਆ ਹੈ ਬਿਕਾਜ਼ ਇਹ ਰਬਾਬੀ ਟ੍ਰੈਡੀਸ਼ਨ ਵਿੱਚੋਂ ਆਏ ਹਨ ਗੁਰੂ ਘਰ ਦੀਆਂ। ਐਂਡ ਸੋ ਗੁਰੂ ਕੇ ਕੀਰਤਨੀਏ ਉਸ ਵੇਲੇ ਗੁਰੂ ਘਰ ਵਿੱਚ ਇੱਕੋ ਹੀ ਟ੍ਰੈਡੀਸ਼ਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਸੋ ਫਸਟ ਗੁਰੂ ਤੋਂ ਲੈ ਕੇ 5th ਤੱਕ ਰਬਾਬੀ ਟ੍ਰੈਡੀਸ਼ਨ ਵਿੱਚ ਹੀ ਕੀਰਤਨ ਹੁੰਦਾ ਰਿਹਾ ਦਰਬਾਰ ਸਾਹਿਬ। रबाबी कीर्तन करते सन। एंड द डिफरेंस इज़ कि रबाबी ਜਿਹੜੇ ਸਨ ਐਜ਼ ਅ ਜਨਰਲ ਰੂਲ ਮੁਸਲਮਾਨ ਘਰਾਣੇ ਨਾਲ ਤਾਲੁਕ ਰੱਖਦੇ ਸਨ, ਮਰਾਸੀ ਜਾਤ ਦੇ, ਤੇ ਸਟ੍ਰਿੰਗ ਇੰਸਟਰੂਮੈਂਟ ਨਾਲ ਕੀਰਤਨ ਕਰਦੇ ਸਨ, ਰਾਗਾਂ ਵਿੱਚ ਕਰਦੇ ਸਨ ਕੀਰਤਨ ਸਾਰਾ। ਲੇਕਿਨ ਕੀਰਤਨ ਦੀ ਟ੍ਰੈਡੀਸ਼ਨ ਜਿਹੜੀ ਹੈ ਭਾਈ ਮਰਦਾਨਾ ਤੋਂ ਇਸਟੈਬਲਿਸ਼ ਹੋਈ ਹੈ ਰਬਾਬੀ ਟ੍ਰੈਡੀਸ਼ਨ ਦੇ ਥੱਲੇ। ਉਸ ਤੋਂ ਬਾਅਦ ਗੁਰੂ ਘਰ ਦੇ ਬੜੇ ਉੱਘੇ ਕੀਰਤਨੀਏ ਹੋਏ ਹਨ। ਉਹਨਾਂ ਤੋਂ ਬਾਅਦ ਦਰਬਾਰ ਸਾਹਿਬ ਵੀ ਗੁਰੂ ਅੰਗਦ ਦੇਵ ਜੀ ਦੇ ਟਾਈਮ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਟਾਈਮ ਦੇ ਕੀਰਤਨੀਆਂ ਦਾ ਨਾਮ ਬਹੁਤ ਅਵੇਲੇਬਿਲਿਟੀ ਨਹੀਂ ਹੈ ਅਨਫੋਰਚੂਨੇਟਲੀ। ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ, ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਕੀਰਤਨੀਆਂ ਦੀ ਤੇ ਰਬਾਬੀਆਂ ਦੀ ਲਿਸਟ ਮੌਜੂਦ ਹੈ। ਸਾਨੂੰ ਨਾਮ ਪਤਾ ਹਨ ਕਾਫੀ ਲੋਕਾਂ ਦੇ। ਸਾਨੂੰ ਰਾਗੀਆਂ ਦੇ ਨਾਮ ਪਤਾ ਹਨ ਜਿਨ੍ਹਾਂ ਨੇ 1699 ਦੀ ਵਿਸਾਖੀ 'ਚ ਆਸਾ ਦੀ ਵਾਰ ਦੀ ਚੌਕੀ ਲਗਾਈ। You know, so we know those ਕੀਰਤਨੀਆਸ ਨੇ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਕਿਉਂਕਿ ਸਿੱਖਾਂ ਦਾ ਰਾਜ ਹੋਣ ਕਾਰਨ ਸਾਜੇ ਨਵਾਜੇ ਜਾਂਦੇ ਸਨ, ਇੱਜ਼ਤ ਮਾਨ ਬਹੁਤ ਕੀਰਤਨਾਂ ਨੂੰ ਮਿਲਦਾ ਸੀ। ਤੇ ਇੱਕ ਨਾਂ ਹੋਰ ਰਬਾਬੀਆਂ ਦਾ ਨਾਂ ਇਹਦੇ 'ਚ ਆਏਗਾ ਵੱਡਾ, ਉਹ ਹੈ ਭਾਈ ਸਲਤਾ ਬਲਵੰਡ ਦਾ। ਇਹ ਵੀ ਰਬਾਬੀ ਟ੍ਰੈਡੀਸ਼ਨ 'ਚ ਹੋਏ ਹਨ। ਆਰ ਮੈਂ ਪਾਤਾ ਨਾਲ।
ਇਹਨਾਂ ਰਬਾਬੀ ਟ੍ਰੈਡੀਸ਼ਨ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਦੇ ਟਾਈਮ ਇੱਕ ਬਹੁਤ ਵੱਡੇ ਰਬਾਬੀ ਜਿਨ੍ਹਾਂ ਨੇ ਕੀਰਤਨ ਦਰਬਾਰ ਸਾਹਿਬ ਬਹੁਤ ਸਾਲ ਕੀਰਤਨ ਕੀਤਾ ਉਹਨਾਂ ਨੇ ਅੰਦਰ, ਤੇ ਗੁਰੂ ਕੇ ਲਾਡਲੇ ਹੋਣ ਕਾਰਨ ਇਹ ਕੀਰਤਨੀਏ ਜੁਝਾਰੂ ਵੀ ਸਨ ਨਾਲ। ਮਨੇ ਹੀ ਯੂਜ਼ਡ ਟੂ ਫਾਈਟ ਇਨ ਦੀ ਰੈਗੂਲਰ ਆਰਮੀਜ਼ ਆਫ ਗੁਰੂ ਹਰਗੋਬਿੰਦ ਮਹਾਰਾਜ ਦੇ ਨਾਲ। ਇਨਫੈਕਟ ਸੂਰਜ ਪ੍ਰਕਾਸ਼ ਸਾਖੀ ਆਉਂਦੀ ਹੈ, ਆਈ ਡੋਨਟ ਨੋ ਦੇ ਹਰਡ ਇਟ অর ਨਾਟ, ਜਦੋਂ ਜੰਗ ਤੋਂ ਬਾਅਦ ਮਹਾਰਾਜ ਨੇ ਡਿਸੀਜਨ ਲਿੱਤਾ ਕਿ ਅੰਮ੍ਰਿਤਸਰ ਵਾਪਸ ਨਹੀਂ ਜਾਣਾ, ਅਸੀਂ 10 ਮੀਲ ਦੂਰ ਰਵਾਂਗੇ, ਅੰਮ੍ਰਿਤਸਰ ਤੋਂ 12 ਮੀਲ ਦੂਰ ਰਵਾਂਗੇ। ਉਹਨਾਂ ਨੂੰ ਡਰ ਸੀ ਕਿਧਰੇ ਮੁਗਲਾਂ ਦਾ ਅਟੈਕ ਦਰਬਾਰ ਸਾਹਿਬ ਦੇ ਅੰਦਰ ਨਾ ਹੋਵੇ ਪਰਿਕਰਮਾ 'ਚ, ਅਤੇ ਪਰਿਕਰਮਾ ਦੀ ਕੋਈ ਨੁਕਸਾਨ ਨਾ ਹੋਵੇ ਦਰਬਾਰ ਸਾਹਿਬ ਦੀ ਇਮਾਰਤ ਨੂੰ। ਅਤੇ ਉਹਨਾਂ ਦੀ ਬੇਟੀ ਵੀਰੋ, ਜਿਹਨਾਂ ਦਾ ਵਿਆਹ ਥੋੜ੍ਹੀ ਦੇਰ ਬਾਅਦ ਹੋਣਾ ਸੀ, ਅਤੇ ਵੀਰੋ ਅਨਫੋਰਚੂਨੇਟਲੀ ਵਾਜ਼ ਲੈਫਟ ਹੋਮ and they were concerned about their daughter. I don't know, you must have heard this Sakhi before. Sur Prakash ਬੜੀ ਲੰਬੀ ਵਿਸਥਾਰ ਨਾਲ ਲਿਖੀ ਹੋਈ ਹੈ। ਅਤੇ ਉਹਨਾਂ ਨੇ ਫਿਰ ਹੁਕਮ ਕੀਤਾ, ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਕਿ ਕੌਣ ਬਹਾਦਰ ਹੈ ਮੇਰਾ ਸਿੱਖ ਜਿਹੜਾ ਜਾ ਕੇ ਵੀਰੋ ਨੂੰ ਲੈ ਕੇ ਆਏ ਇੱਥੇ। ਅਤੇ ਗੁਰੂ ਕੇ ਵੱਡੇ ਕੀਰਤਨੀਏ ਖੜੇ ਹੋਏ ਉੱਥੇ, ਉਹਨਾਂ ਨੇ ਅਰਦਾਸ ਕੀਤੀ ਜੇ ਤੁਸੀਂ ਮਿਹਰ ਕਰੋ। ਅਤੇ ਉੱਥੇ ਸਾਖੀ 'ਚ ਆਇਆ ਕਿ ਉਹਨਾਂ ਨੇ ਕਿਹਾ ਕਿ ਕੋਈ ਨਿਸ਼ਾਨੀ ਆਪਣੀ ਦੇ ਦਿਓ, ਨਹੀਂ ਤਾਂ ਕੋਈ ਆਏਗਾ ਨਹੀਂ ਤੁਹਾਡੀ ਡਾਟਰ ਮੇਰੇ ਨਾਲ, ਜਦ ਤੱਕ ਪਤਾ ਲੱਗੇਗਾ ਕਿ ਪਿਤਾ ਗੁਰੂ ਨੇ ਭੇਜਿਆ ਹੈ। ਸੂਰਜ ਪ੍ਰਕਾਸ਼ ਲਿਖਿਆ ਕਿ ਆਪਣੇ ਸਿਮਰਨਾ ਉਹਨਾਂ ਨੇ ਦਿੱਤਾ ਉਹਨਾਂ ਨੂੰ, ਅਤੇ ਜਾ ਤੂੰ ਲੈ ਕੇ ਜਾ ਨਾਲ ਇਹ ਦਿਖਾਈ ਉਸ ਨੂੰ, ਅਤੇ ਇਹ ਦੇਖ ਕੇ ਉਹ ਪਹਿਚਾਣ ਜਾਏਗੀ ਕਿ ਪਿਤਾ ਗੁਰੂ ਨੇ ਬੁਲਾਇਆ ਹੈ। Can anybody name that one of the biggest rababis of his time though, biggest ਕੀਰਤਨੀਆਸ ਆਸਾ ਦੀ ਵਾਰ ਦੀ ਚੌਂਕੀ ਰੈਗੂਲਰਲੀ ਲਗਾਉਂਦੇ ਸਨ ਦਰਬਾਰ ਸਾਹਿਬ, ਔਰ ਉਹਨਾਂ ਦੀ ਫੋਟੋ ਹੁਣ ਵੀ ਅਗਰ ਤੁਸੀਂ ਕਿਧਰੇ ਦੇਖੋਗੇ ਤੇ ਜਿਹੜੀਆਂ ਸੋਭਾ ਸਿੰਘਾਂ ਦੀਆਂ ਜਿਹੜੀਆਂ ਪਿਕਚਰ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਹਨ, ਘੋੜੇ ਤੇ ਬੈਠੇ ਹਨ ਤੇ ਇੱਕ ਤਰਫ ਰਬਾਬ ਹੈ ਤੇ ਇੱਕ ਤਰਫ ਖੰਜਰ ਲੱਗੇ ਹੋਏ ਨੇ ਸਾਰੇ ਪਰ ਇੱਕ ਤਰਫ ਰਬਾਬ ਲੱਗੀ ਹੋਈ ਹੈ ਸਾਈਡ ਤੇ, ਰਾਈਟ ਸਾਈਡ ਤੇ ਰਬਾਬ ਹੈ ਤੇ ਲੈਫਟ ਸਾਈਡ ਤੇ ਵੈਪਨਸ ਹਨ ਪੰਥ ਦੇ ਮਹਾਨ ਜੁਝਾਰੀ ਕੀਰਤਨੀ ਹੈ ਉਸ ਵੇਲੇ ਰਬਾਬੀ ਟ੍ਰੈਡੀਸ਼ਨ ਵਿੱਚ। ਐਂਡ ਹਿਜ਼ ਨੇਮ ਵਾਸ It's sad because we should know these names because Bhai Babak Rababi tradition ਵਿੱਚੋਂ ਹੋਏ ਹਨ ਉਹ ਵੀ। ਸੋ ਭਾਈ ਬਾਬਕ ਤੋਂ ਬਾਅਦ ਅੱਗੇ ਵੀ ਰਬਾਬੀ ਟ੍ਰੈਡੀਸ਼ਨ ਵਿੱਚੋਂ ਬੜੇ ਕੀਰਤਨੀਏ ਪੈਦਾ ਹੋਏ ਹਨ ਅੱਗੇ ਜਾ ਕੇ। ਮੈਂ we'll talk about the ਕੀਰਤਨੀਆਂ ਦੀ ਸੀਰੀਜ਼ ਵਿੱਚ ਲਿਟਲ ਬਿਟ ਹਿਸਟਰੀ ਅਬਾਊਟ ਦੈਟ ਐਂਡ ਐਵਰੀਥਿੰਗ। ਪਰ ਗੁਰੂ ਅਰਜਨ ਦੇਵ ਜੀ ਦੇ ਟਾਈਮ ਜਦੋਂ ਸੱਤੇ ਬਲਵੰਡ ਦੇ ਇਨਸੀਡੈਂਟ ਤੋਂ ਬਾਅਦ ਰਬਾਬੀਆਂ ਦੇ ਨਾਲ ਗੁਰੂ ਕੇ ਸਿੱਖਾਂ ਦੇ ਇਹ ਰਬਾਬੀ ਟ੍ਰੈਡੀਸ਼ਨ ਵਿੱਚ ਹਨ। ਇਹ ਵੀ ਆਰ ਲਿਖਾਂਗਾ ਬਿਕਾਜ਼ ਇਹਨਾਂ ਦਾ ਨਵਾਂ ਨਾਂ ਰੱਖਿਆ ਗਿਆ ਰਾਗੀ। ਸਿੱਖਾਂ ਨੂੰ ਜਦੋਂ ਕੀਰਤਨ ਸਿਖਾਉਣਾ ਸ਼ੁਰੂ ਕੀਤਾ ਉਹਨਾਂ ਨੇ ਸਿੱਖ ਟ੍ਰੈਡੀਸ਼ਨ ਦੇ ਵਿੱਚ, ਤੇ ਇੱਕ ਨਵਾਂ ਨਾਮ ਕੋਇਨ ਹੋਇਆ ਰਾਗੀ। ਰਾਗੀ ਮਤਲਬ ਉਹ ਜਿਸ ਨੂੰ ਰਾਗ ਵਿਦਿਆ ਦਾ ਪੂਰਨ ਗਿਆਨ ਹੈ, ਜਿਹਨੂੰ ਅੱਜ ਕੱਲ੍ਹ ਹੁਣ ਸਾਰੇ ਜਣੇ ਖਣੇ ਨੂੰ ਆਪਣੇ ਆਪ ਨੂੰ ਰਾਗੀ ਕਹਿੰਦੇ ਨੇ, ਪਰ ਰਾਗੀ ਦਾ ਜਿਹੜਾ ਮੂਲ ਰੂਪ ਦਾ ਜਿਹੜਾ ਵਰਡ ਜਿਹੜਾ ਹੈ ਉਹ ਰਾਗ ਤੋਂ ਆਇਆ ਹੈ, ਜਿਹੜਾ ਰਾਗਾਂ ਤੋਂ ਜਿਹੜਾ ਜਾਣੂ ਹੋਵੇ ਜਿਹੜਾ ਬੰਦਾ। ਸੋ we're going to next few weeks which I'm not going to talk about in detail about everybody, I'm going to short ਤੁਹਾਨੂੰ ਮੈਂ ਇੱਕ ਹਿਸਟਰੀ ਜੀ ਦਿਆਂਗਾ ਕੀਰਤਨ ਟ੍ਰੈਡੀਸ਼ਨ ਦੀ, ਬਿਕਾਜ਼ ਜਿੱਥੇ ਕਥਾ ਹੈ ਇੰਪੋਰਟੈਂਟ ਮਾਨ ਸਿੰਘ ਝੋਰ ਹੋਰਾਂ ਦੀ ਜਾਂ ਸੰਤ ਸਿੰਘ ਮਸਕੀਨ ਹੋਰਾਂ ਦੀ ਜਾਂ ਭਾਈ ਪਿੰਦਰਪਾਲ ਸਿੰਘ ਹੋਰਾਂ ਦੀ, ਜਿੱਥੇ ਮਹਾਨ ਵੱਡੇ ਆਥਰ ਜਿਹੜੇ ਡਿਸਕਸ ਕੀਤੇ ਹਨ ਜਿਹੜੇ ਸਾਰੇ, ਉਹਨਾਂ ਨਾਲ ਜਿਤਨਾ ਉਹ ਇੰਪੋਰਟੈਂਟ ਹੈ ਕੀਰਤਨ ਦੀ ਟ੍ਰੈਡੀਸ਼ਨ ਵੀ ਉਤਨੀ ਹੀ ਇੰਪੋਰਟੈਂਟ ਰਹੀ ਹੈ ਇਸ ਘਰ ਵਿੱਚ। ਸੋ ਰਾਗੀਆਂ ਦੀ ਟ੍ਰੈਡੀਸ਼ਨ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ੁਰੂ ਕੀਤੀ, ਅਤੇ ਰਾਗੀ ਫਿਰ ਜੱਥੇ ਜਿਹੜੇ ਹਨ ਅੱਧੇ ਜੱਥੇ ਜਿਹੜੇ ਹਨ, ਜਦੋਂ ਆਜ਼ਾਦੀ ਤੋਂ ਪਹਿਲੇ ਵੀ ਜਦੋਂ ਜੱਥੇ ਜਿਹੜੇ ਸਨ ਦਰਬਾਰ ਸਾਹਿਬ ਕੀਰਤਨ ਕਰਨ ਵਾਲੇ ਅੱਧੇ ਰਬਾਬੀ ਸਨ ਅਤੇ ਅੱਧੇ ਰਾਗੀ ਸਨ। ਇਹ ਟ੍ਰੈਡੀਸ਼ਨ ਸ਼ੁਰੂ ਤੋਂ ਰਹੀ ਹੈ ਉਹਨਾਂ ਦੀ the way they were though. And now that I mentioned all this stuff, like a little background information, ਗੁਰੂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹਨਾਂ ਤੋਂ ਪਹਿਲੇ ਮਿਸਲਾਂ ਦੇ ਰਾਜ ਵਿੱਚ ਕੀਰਤਨ ਨੇ ਬਹੁਤ ਸਫਰ ਕੀਤਾ ਕੀਰਤਨ ਨੇ, ਬਿਕਾਜ਼ ਆਫਟਰ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸਮ ਪਿਤਾ ਜਦੋਂ ਜੋਤੀ ਜੋਤ ਸਮਾਏ, ਜਦੋਂ ਨਾਂਦੇੜ ਜਦੋਂ ਉਹ ਚਲੇ ਗਏ, ਜਦੋਂ ਉਹਨਾਂ ਦਾ ਸਰੀਰ, ਉਸ ਤੋਂ ਬਾਅਦ ਸਿੱਖਾਂ ਦਾ ਜੰਗਲਾਂ ਵਿੱਚ ਰਾਜ ਹੋ ਗਿਆ, ਬੜਾ ਮੁਸ਼ਕਿਲ ਸੀ ਰਹਿਣਾ। ਕੀਰਤਨ ਦੀ ਟ੍ਰੈਡੀਸ਼ਨ ਨੇ ਬਹੁਤ ਵੱਡੀ ਸਫਰਿੰਗ ਆਈ ਉੱਥੇ ਕੀਰਤਨ ਦੀ ਟ੍ਰੈਡੀਸ਼ਨ ਵਿੱਚ।
ਉਦਾਸੀ ਤੇ ਨਿਰਮਲਿਆਂ ਟ੍ਰੈਡੀਸ਼ਨ ਵਿੱਚ ਕੀਰਤਨ ਦੀ ਰਹੀ, ਉਹਨਾਂ ਦੀ ਟ੍ਰੈਡੀਸ਼ਨ ਰਹੀ ਉਹਨਾਂ ਦੀ। ਤੇ ਦੋ ਵੱਡੇ ਜਗ੍ਹਾ ਕੀਰਤਨ ਦੇ, ਦੋ ਵੱਡੇ ਅਸਥਾਨ ਕੀਰਤਨ ਦੇ ਜਿਹੜੇ ਸਭ ਤੋਂ ਜਿਹੜੇ ਆਈ ਵੁੱਡ ਕਾਲ ਇਟ ਮੋਸਟ ਪ੍ਰੈਸਟੀਜੀਅਸ ਪਲੇਸਿਸ ਟੂ ਡੂ ਕੀਰਤਨ, ਵਨ ਆਫ ਕੋਰਸ ਇਜ਼ ਦਰਬਾਰ ਸਾਹਿਬ ਐਂਡ ਦੀ ਅਦਰ ਵਾਸ ਨਨਕਾਣਾ, ਯੂ ਨੋ। ਇਹ ਦੋ ਵੱਡੇ ਅਸਥਾਨ, ਦੋ ਵੱਡੇ ਇੱਕ ਪ੍ਰੈਸਟੀਜੀਅਸ ਪਲੇਸਿਸ ਸਨ ਜਿਨ੍ਹਾਂ ਤੇ ਕੀਰਤਨ ਕਰਨ ਦੀ ਆਗਿਆ ਜਾਂ ਕੀਰਤਨ ਕਰਨਾ ਉੱਥੇ ਬਹੁਤ ਵੱਡੀ, ਇੱਕ ਬਹੁਤ ਵੱਡਾ ਆਨਰ ਮੰਨਿਆ ਜਾਂਦਾ ਸੀ। ਦਰਬਾਰ ਸਾਹਿਬ ਅੰਦਰ ਇੱਕ ਨਨਕਾਣਾ ਸਾਹਿਬ। ਤੇ ਭਾਈ ਸਮੁੰਨ ਸਿੰਘ ਹੋਰੀ ਨੇ ਆਈ ਥਿੰਕ 35 ਸਾਲ ਤੋਂ ਉੱਤੇ ਜਿਹੜੀ ਹੈ ਸੇਵਾ ਕੀਤੀ ਨਨਕਾਣਾ ਸਾਹਿਬ। ਉਹਨਾਂ ਨੇ ਆਸਾ ਦੀ ਵਾਰ ਦੀ ਚੌਂਕੀਆਂ ਵੀ ਉੱਥੇ ਲਗਾਈਆਂ ਐਂਡ ਰੋਜ਼ ਉੱਥੇ ਐਂਡ ਐਵਰੀਥਿੰਗ। ਲੇਕਿਨ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਜਦੋਂ ਇੱਕ ਵੱਡੇ ਹੋਰ ਜੁਝਾਰੀ ਕੀਰਤਨੀਏ ਰਬਾਬੀ ਟ੍ਰੈਡੀਸ਼ਨ ਚੋਂ ਨਹੀਂ ਹੋਏ, ਜੁਝਾਰੂ ਕੀਰਤਨੀਏ ਉਹਨਾਂ ਦਿਨਾਂ ਵਿੱਚ ਹਰ ਰਾਗਾਂ ਤੋਂ ਜਾਣੂ ਸਨ, ਉਹ ਤੰਤੀ ਸਾਜ਼ ਵਜਾ ਲੈਂਦੇ ਸਨ ਤੇ ਆਪਣੇ ਨਾਲ ਉਹ ਵੀ ਘੋੜੇ ਤੇ ਨਾਲ ਸਾਜ਼ ਨਾਲ ਰੱਖਦੇ ਸਨ ਆਪਣੇ। ਤੇ ਉਹ ਕੀਰਤਨੀਏ ਆਈ ਥਿੰਕ ਫਰਮ ਲਾਈਕ ਮਿਡ ਆਈ ਵੁੱਡ ਕਾਲ ਇਟ ਲਾਈਕ 1730s ਤੋਂ ਲੈ ਕੇ 1780s ਤੱਕ ਕੀਰਤਨ ਕਰਦੇ ਰਹੇ 40-50 ਸਾਲ। ਲੇਕਿਨ ਉਹਨਾਂ ਦਿਨਾਂ 'ਚ ਗੁਰਦੁਆਰਿਆਂ 'ਚ ਕੀਰਤਨ ਨਾ ਹੋਣ ਕਾਰਨ ਕੀਰਤਨ ਜਿਹੜਾ ਵੈ ਜਨਰਲੀ ਸਪੀਕਿੰਗ ਜੰਗਲਾਂ ਵਿੱਚ ਜਿੱਥੇ ਰਹਿੰਦੇ ਸਨ, ਜਿੱਥੇ ਜਾਂ ਮਿਸਲਾਂ ਦੇ ਅੰਦਰ ਜਾਂ ਜਿੱਥੇ ਵਹੀਰ ਦੇ ਅੰਦਰ ਕੀਰਤਨ ਜਿਹੜਾ ਹੁੰਦਾ ਰਿਹਾ। ਤੇ ਕੈਨ ਐਨੀਬਡੀ ਨੇਮ ਦਿਸ ਵਨ ਆਫ ਦ ਬਿਗੇਸਟ ਜੁਝਾਰੂ ਕੀਰਤਨੀਅਨਸ ਆਫ ਹਿਸ ਟਾਈਮ? ਦੋ ਆਪ ਵੱਡੇ ਯੋਧਾ ਵੀ ਸਨ ਨਾਲ ਤੇ ਕੀਰਤਨੀਆਂ ਵੀ ਸਨ ਨਾਲ between 1730s to like 1780s tak, and we also believe that his kirtan affected so much though that ਅੱਗੇ ਜਾ ਕੇ ਜਦੋਂ ਇਹਨਾਂ ਕੀਰਤਨੀਆਂ ਦੀ ਗੱਲ ਆਈ ਸੀ, ਜਿਹੜੀ ਕੀਰਤਨੀਆਂ ਮੈਂ ਉੱਤੇ ਡਿਸਕਸ ਕਰਨ ਜਾਵਾਂਗਾ, ਇਹਨਾਂ ਕੀਰਤਨੀਆਂ ਦੇ ਸਟਾਈਲ ਦੇ ਉੱਤੇ ਵੀ ਇਸ ਮਹਾਨ ਜਿਹੜੇ 1700 ਦੇ ਜਿਹੜੇ ਕੀਰਤਨੀਏ ਹੋਏ ਹਨ ਵੱਡੇ, ਇਹਨਾਂ ਤੇ ਬੜਾ ਵੱਡਾ ਇਫੈਕਟ ਪਿਆ। anybody when I mention it you'll say oh yeah that makes sense, yeah. ਜੱਸਾ ਸਿੰਘ ਆਹਲੂਵਾਲੀਆ, Sultanul Qaum. We know him as a Sikh general only, but he was as big a Kirtaniya as he was a Sikh general. ਜਰਨੈਲ ਵੀ ਵੱਡੇ ਸਨ ਸੁਲਤਾਨੁਲ ਕੌਮ ਤੇ ਕੀਰਤਨੀਏ ਵੀ ਵੱਡੇ ਸਨ ਬਹੁਤ। ਛੋਟੀ ਉਮਰ ਤੋਂ ਮਾਂ ਨੇ ਉਹਨਾਂ ਨੇ ਸਾਰੇ ਤੰਤੀ ਸਾਜ਼ਾਂ ਨਾਲ ਕੀਰਤਨ ਸਿਖਾਇਆ ਉਹਨਾਂ ਨੂੰ, ਸਾਰੀਆਂ ਤਾਲਾਂ ਐਂਡ ਐਵਰੀਥਿੰਗ। ਇਨਫੈਕਟ 7 ਸਾਲ ਦੀ ਉਮਰ ਵਿੱਚ, 6 ਸਾਲ ਦੀ ਉਮਰ ਵਿੱਚ ਜਦੋਂ ਜਿੱਥੇ ਹੁਣ ਮਾਡਰਨ ਜਿੱਥੇ ਦਿੱਲੀ ਵਿੱਚ ਜਿੱਥੇ ਬਾਲਾ ਸਾਹਿਬ ਗੁਰਦੁਆਰਾ ਹੈ ਜਿੱਥੇ, ਤੇ ਉੱਥੇ ਜਦੋਂ ਮਾਤਾ ਜੀ ਨੂੰ ਮਿਲਣ ਆਏ ਪਹਿਲੀ ਵਾਰੀ ਜਦੋਂ ਪੰਜਾਬ ਤੋਂ ਆਪਣੀ ਮਦਰ ਦੇ ਨਾਲ ਤੇ ਮੱਥਾ ਟੇਕਿਆ ਉੱਥੇ, ਤੇ ਇਹ ਗੱਲ 1722 ਦੀ ਗੱਲ ਹੋਣੀ ਹੈ, 1720 22 23 ਦੀ। ਜਦੋਂ ਪਹਿਲੀ ਵਾਰੀ ਮਿਲਣ ਆਏ ਜਦੋਂ ਉਹਨਾਂ ਨੂੰ ਉੱਥੇ ਤੇ ਮਾਤਾ ਸਾਹਿਬ ਕੌਰ ਤੇ ਮਾਤਾ ਸਾਹਿਬ ਉੱਥੇ ਜਦੋਂ ਉਹਨਾਂ ਨੂੰ ਮਿਲਣ ਜਦੋਂ ਗਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰਿਕੁਐਸਟ ਕੀਤੀ ਕਿ ਅਸੀਂ ਸਵੇਰੇ ਆਸਾ ਦੀ ਵਾਰ ਦੀ ਕੀਰਤਨੀ ਚੌਂਕੀ ਲਗਾਉਣਾ ਚਾਹੁੰਦੇ ਹਾਂ, ਮਾਂ ਪੁੱਤਰ ਦੋਨੋਂ। ਐਂਡ ਹੀ ਵਾਸ ਓਨਲੀ 8 or 9 years old, 10 years. He was very young at that time though. And Mata ji was very like surprised that a very young guy can do the entire chonki of Asa Ki War. ਤੇ ਉਹਨਾਂ ਨੇ ਆਪਣੀ ਮਦਰ ਨਾਲ ਸਵੇਰੇ ਉੱਥੇ ਬਾਲਾ ਸਾਹਿਬ ਗੁਰਦੁਆਰੇ, ਜਿੱਥੇ ਬਾਲਾ ਸਾਹਿਬ ਹੈ ਗੁਰਦੁਆਰਾ, ਉਹਨਾਂ 'ਚ ਦਰਸ਼ਨ ਕੀਤੇ ਹੋਣੇ ਦਿੱਲੀ, ਉੱਥੇ ਉਹਨਾਂ ਨੇ ਕੀਰਤਨ ਚੌਂਕੀ ਲਗਾਈ। ਸੋ ਆਪ ਬੜੀ ਦੇਰ ਸੇਵਾ ਕੀਤੀ, 50 ਸਾਲ ਤੋਂ ਉੱਤੇ ਜ਼ਿਆਦਾ 60 ਸਾਲਾਂ ਤੋਂ ਕੀਰਤਨ ਦੀ ਸੇਵਾ ਨਿਭਾਈ। ਲੇਕਿਨ ਉਸ ਵੇਲੇ ਕੀਰਤਨ ਦੀ ਸੇਵਾ ਜਿਹੜੀ ਹੈ ਅਨਫੋਰਚੂਨੇਟਲੀ ਜੰਗੀ ਮੈਦਾਨਾਂ 'ਚ ਹੁੰਦੀ ਸੀ, ਸਵੇਰੇ ਵਹੀਰਾਂ ਵਿੱਚ ਹੁੰਦੀ ਸੀ ਅੰਦਰ, ਉਹ ਟਾਈਮਸ ਵੇਰ ਡਿਫਰੈਂਟ, ਬਟ ਹੀ ਆਬਵੀਅਸਲੀ ਲਰਨ ਫਰਮ ਹਿਜ਼ ਮਦਰ ਐਂਡ ਵੀ ਬਿਲੀਵ, ਐਂਡ ਇਹ ਸਟਰੋਂਗ ਬਿਲੀਫ ਹੈ ਸਾਰਿਆਂ ਦੀ। ਇਤਿਹਾਸ ਵਿੱਚ ਜੋ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੋਇਆ ਕਿ ਉਹਨਾਂ ਦੇ ਮਮ ਔਰ ਡੈਡ, ਮੈਂ ਨਾਂ ਨਹੀਂ ਐਂਡ ਮਮ ਔਰ ਡੈਡ ਦਾ ਨਾਮ ਮੈਨੂੰ ਨਹੀਂ ਯਾਦ ਆ ਰਿਹਾ, ਉਹਨਾਂ ਨੇ ਅੰਮ੍ਰਿਤ 1699 ਦੀ ਵਿਸਾਖੀ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਦਸਮ ਪਿਤਾ ਕੋਲੋਂ ਅੰਮ੍ਰਿਤ ਛਕਿਆ ਸੀ ਉਹਨਾਂ ਨੇ। ਤੇ ਉੱਥੇ ਅਸੀਸ ਉਹਨਾਂ ਨੂੰ ਉੱਥੇ ਹੀ ਮਿਲੀ ਸੀ ਕਿ ਤੁਹਾਡੇ ਕੁੱਖ ਵਿੱਚੋਂ ਕੋਈ ਪੈਦਾ ਹੋਏਗਾ ਜਿਹੜਾ ਸਿੱਖ ਕੌਮ ਦਾ ਵੱਡਾ, ਸਿਰਫ ਭਗਤ ਹੀ ਨਹੀਂ ਹੋਏਗਾ, ਜੁਝਾਰੂ ਵੀ ਹੋਏਗਾ ਨਾਲ। ਸੋ ਇਹ ਟ੍ਰੈਡੀਸ਼ਨ ਰਹੀ ਹੈ ਸ਼ੁਰੂ ਤੋਂ ਲੈ ਕੇ ਕਿ ਬੜੇ ਕੀਰਤਨੀਏ ਭਾਈ ਬਾਬਕ ਵਰਗੇ, ਜੱਸਾ ਸਿੰਘ ਆਹਲੂਵਾਲੀਆ ਵਰਗੇ ਕੀਰਤਨੀਏ ਜਿਹੜੇ ਕਿ ਜੁਝਾਰੂ ਕੀਰਤਨੀਆਂ ਦੇ ਵਿੱਚੋਂ ਨਾਂ ਆਏਗਾ, ਜਿਨ੍ਹਾਂ ਨੇ ਤਲਵਾਰ ਤੇ ਤਾਊਸ ਦੋਨੋਂ ਚੁੱਕੇ ਹਨ ਨਾਲ ਇਕੱਠੇ,
उतने माहिर सन ताउस दे, उतने ही माहिर सन सरंदे दे, उतने ही माहिर सन रागां दे। ते ਜਦੋਂ ਤਲਵਾਰ ਚਲਦੀ ਸੀ ਤੇ ਫਿਰ ਅਹਿਮਦ ਸ਼ਾਹ ਅਬਦਾਲੀ ਵਰਗੇ ਬੰਦੇ ਵੀ ਡਰ ਜਾਂਦੇ ਸਨ ਅੱਗੇ, ਅਗਲਿਆਂ ਦੇ ਵੀ ਸਿਰ ਜਿਹੜੇ ਖੜਕ ਜਾਂਦੇ ਸਨ ਅੱਗੇ। ਇਹੋ ਜਿਹੇ ਜੁਝਾਰੂ ਸਨ ਲੜਨ ਵਾਲੇ। ਉਹਨਾਂ ਵਿੱਚੋਂ ਇੱਕ ਮਹਾਨ ਕੀਰਤਨੀ ਹੈ ਜਿਨ੍ਹਾਂ ਦੀ ਗੱਲ ਮੈਂ ਅੱਜ ਕਰਨੀ ਹੈ। ਕੈਨ ਆਈ ਇਰੇਜ਼ ਐਵਰੀਥਿੰਗ ਹੇਅਰ? ਇਜ਼ ਦੈਟ ਓਕੇ ਵਿਦ ਐਵਰੀਬਾਡੀ? ਓਕੇ। As per Google, they say that the father's name of Jassa Singh Ahluwalia was Bhagwan Singh. ਯਾ ਮੈਨੂੰ ਯਾਦ ਨਹੀਂ ਆ ਰਿਹਾ ਸੀ ਨਾਂ ਕੀ ਨਾ ਯਾ ਉਹਨਾਂ ਦਾ। And his grandfather was Yeah. Hardas. ਯਾ ਤੁਸੀਂ ਗੂਗਲ ਤੋਂ ਦੇਖਿਆ ਹੋਣਾ। ਯਾ ਮੈਂ ਹੁਣ ਲਿਖਿਆ ਨਾ ਹੁਣੇ Google ਨੇ। ਸੌਰੀ। ਹਾਂਜੀ ਹਾਂਜੀ, ਇਸ ਜੁਝਾਰੂ ਕੀਰਤਨੀਆਂ ਦਾ ਨਾਂ ਭਾਈ ਜਵਾਲਾ ਸਿੰਘ ਜੀ। And the reason I mentioned Kultar Viji's grandfather, ਉਹਨਾਂ ਦੇ ਦਾਦਾ ਜੀ ਉਹਨਾਂ ਦੇ, the reason I mentioned Jassa Singh Ahluwalia's name because he was from Kapurthala ਦੇ ਏਰੀਆ ਚੋਂ, ਉਸ ਇਲਾਕੇ ਚੋਂ, ਤੇ ਉਹਨਾਂ ਦੀ ਕੀਰਤਨ ਦਾ ਇਫੈਕਟ ਜਿਹੜਾ ਹੈ ਅੱਗੇ ਵੀ ਹੋਇਆ। ਤੇ ਇਹ ਵੀ ਇਹਨਾਂ ਦਾ ਬਰਥ ਵੀ ਡਿਸਟ੍ਰਿਕਟ ਕਪੂਰਥਲਾ ਸੈਦਪੁਰ ਡਿਸਟ੍ਰਿਕਟ ਵਿੱਚ, ਸੈਦਪੁਰ ਵਿੱਚ ਇਹਨਾਂ ਦਾ ਬਰਥ ਹੋਇਆ। ਐਗਜ਼ੈਕਟ ਡੇਟ ਕਿਸੇ ਨੂੰ ਨਹੀਂ ਪਤਾ, ਮੈਂ ਭਾਊ ਜੀ ਨੂੰ ਵੀ ਬੜੀ ਵਾਰੀ ਪੁੱਛਿਆ ਇਸ ਬਾਰੇ, ਨੇ ਡੇਟ ਨਹੀਂ ਪਤਾ ਐਗਜ਼ੈਕਟ ਕਦੋਂ ਹੋਇਆ। 1872 'ਚ ਹੋਇਆ ਇਹ ਦੇ ਨੋ, ਬਟ ਐਗਜ਼ੈਕਟ ਡੇਟ ਕਿਸੇ ਨੂੰ ਨਹੀਂ ਪਤਾ ਕਦੋਂ ਹੋਇਆ ਕਿ ਨਹੀਂ ਹੋਇਆ। ਯਾ ਸੋ ਸੈਦਪੁਰ ਪੈਦਾ ਹੋਏ ਉੱਥੇ, ਤੇ ਬਚਪਨ ਤੋਂ ਉਹਨਾਂ ਦੇ ਬਿਲੀਵ ਕਿ ਉਹਨਾਂ ਦੀ ਇਹ ਕੁਲਤਾਰ ਵੀ ਜੀ ਦੀ ਜਨਰੇਸ਼ਨ ਇਜ਼ ਅ 13th ਜਨਰੇਸ਼ਨ ਹੈ। ਸੋ ਦੇ ਬਿਲੀਵ ਕਿ ਗੁਰੂ ਅਮਰਦਾਸ ਪਾਤਸ਼ਾਹੀ ਦੇ ਟਾਈਮ ਤੋਂ ਉਹਨਾਂ ਦੇ ਘਰ ਸਿੱਖੀ ਪ੍ਰਵੇਸ਼ ਹੋਈ, ਸਿੱਖ ਬਣੇ ਗੁਰੂ ਅਮਰਦਾਸ ਪਾਤਸ਼ਾਹੀ ਦੇ ਟਾਈਮ ਤੋਂ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਟਾਈਮ ਤੋਂ ਕੀਰਤਨੀਏ ਹਨ ਜਨਰੇਸ਼ਨ ਜਿਹੜੀ ਪਿੱਛੇ ਜਾਂਦੀ ਜਿਹੜੀ, ਐਂਡ ਦੇ ਹੈਵ ਆਲ ਦ ਨੇਮਸ dating back to the 5th Guru's time. And they once shared the names with me, Paji, they know all the ਪੀੜੀਆਂ ਸਾਰੀਆਂ ਪਤਾ ਨਹੀਂ ਕਿੱਥੋਂ ਆਈਆਂ। ਤੇ ਇਹਨਾਂ ਦੇ ਪਿਤਾ ਜੀ ਪਹਿਲੇ ਕੀਰਤਨ ਦੀ ਸਿਖਲਾਈ, ਇਹਨਾਂ ਦੇ ਪਿਤਾ ਜੀ ਦੇਵਾ ਸਿੰਘ ਹੋਰੀ, ਉਹ ਵੀ ਮਹਾਨ ਉਸ ਵੇਲੇ ਦੇ ਕੀਰਤਨੀਏ ਸਨ। ਮਿਡ 1800s ਵਿੱਚ, ਉਹ 1872 'ਚ ਇਹਨਾਂ ਦਾ ਜਨਮ ਹੋਇਆ। ਸੋ ਇਹ ਇਹਨਾਂ ਦੇ ਮਿਡ 1800s ਵਿੱਚ ਕੀਰਤਨ ਕਰਦੇ ਹੋਣੇ, ਉਹਨਾਂ ਦਿਨਾਂ 'ਚ। ਉਹਨਾਂ ਦੀ ਕੋਈ ਆਵਾਜ਼, ਉਹਨਾਂ ਦੀਆਂ ਕੋਈ ਬਹੁਤ ਜ਼ਿਆਦਾ ਡੀਟੇਲਸ ਅਵੇਲੇਬਲ ਨਹੀਂ। ਉਹਨਾਂ ਦਿਨਾਂ 'ਚ ਹਿਸਟਰੀ ਜਿਹੜੀ ਹੈ ਸਕੈਂਟੀ ਸੀ, ਬੜੀ ਇਨਫੋਰਮੇਸ਼ਨ ਕੀਰਤਨੀਆਂ ਦੀ ਉੱਥੇ ਇਤਨੀ ਰਹੀ ਨਹੀਂ ਉਤਨੀ ਤੇ ਘਰ ਆਪਣੇ ਕੀਰਤਨ ਸਿੱਖਦੇ ਰਹੇ ਪਹਿਲੇ। ਤੇ ਜਦੋਂ ਉਹਨਾਂ ਦੀ ਉਮਰ ਆਈ ਐਮ ਟੋਲਡ ਲਾਈਕ ਟੀਨਸ, ਜਦੋਂ ਟੀਨਸ ਵਿੱਚ ਸਨ ਜਦੋਂ, ਸੋ ਆਈ ਥਿੰਕ ਮੇਬੀ 13 to 14 year old ਹੋਣੇ ਜਦੋਂ, when the father decided ki you have learnt, I think somebody has to stay here, otherwise this thing doesn't work though. Huh? It got disconnected, that's why when I reconnected your voice was coming through. Is that okay now? Okay. Can you ask somebody whether it's okay? Should we ask though? Yeah, you can ask. Can We can hear you. Okay, that's fine. ਸੋ ਟੀਨਸ ਵਿੱਚ ਜਦੋਂ ਸਨ, ਜਦੋਂ 12-13 ਸਾਲ ਦੀ ਉਮਰ ਤੱਕ, ਜਦੋਂ ਘਰ ਦੀਆਂ ਰੀਤਾਂ ਉਹਨਾਂ ਨੇ ਜਿਹੜੀਆਂ ਆਪਣੇ ਪਿੱਛੋਂ ਜਿਹੜੀਆਂ ਆਈਆਂ ਰੀਤਾਂ ਜਿਹੜੀਆਂ ਉਹ ਜਦੋਂ ਸਿੱਖ ਲਿੱਤੀਆਂ ਸਾਰੀਆਂ, ਤੇ ਦੇ ਡਿਸਾਈਡਡ ਕਿ ਨਾਓ ਇਟਸ ਟਾਈਮ ਫॉर ਯੂ ਟੂ ਗੋ ਐਂਡ ਲਰਨ ਫਰਮ ਅਦਰਸ, ਐਂਡ ਹਿਸ ਫਾਦਰ ਇਨਸਿਸਟਡ ਦੈਟ ਹੀ ਗੋਜ਼ ਐਂਡ ਲਰਨਸ। ਸੋ ਡੈਡ ਸੈਂਟ ਹਿਮ ਫਸਟ ਟੂ ਅਲੱਗ-ਅਲੱਗ ਹੈਂਡ ਵਿਊ, ਬਟ ਜੋ ਮੈਂ ਪੜ੍ਹਿਆ ਜੋ ਸੁਣਿਆ, ਜਦੋਂ ਪਹਿਲੇ ਕਿਸੇ ਨਿਰਮਲੇ ਕੀਰਤਨੀਆਂ ਕੋਲੋਂ, ਉਹਨਾਂ ਨਿਰਮਲਿਆਂ ਦੇ ਅਖਾੜਿਆਂ ਜਾ ਕੇ ਉੱਥੋਂ ਕੀਰਤਨ ਉਹਨਾਂ ਨੇ ਸਿੱਖਿਆ। ਬਟ ਦੋ ਵੱਡੇ ਟੀਚਰ ਜਿਹੜੇ ਹਨ, ਜਿਹੜੇ ਉਹਨਾਂ ਦੇ ਜਿਹੜੇ ਮੈਂ ਨਾਂ ਲਿਖੇ ਹੋਏ ਹਨ ਜਿਨ੍ਹਾਂ ਦੇ, ਇੱਕ ਭਾਈ ਸਰਦਾ ਸਿੰਘ ਹੋਰੀ, ਉਹਨਾਂ ਨਾਲ ਰਹੇ, ਤੇ ਦੂਸਰੇ ਜਿਹੜੇ ਕੀਰਤਨੀਏ ਜਿਹੜੇ ਹਨ ਉਹ ਵੀ ਵੱਡੇ ਧਰੁਪਦ ਦੇ ਐਕਸਪੋਨੈਂਟ ਸਨ ਉਸ ਵੇਲੇ ਦੇ, ਬਹੁਤ ਵੱਡੇ, ਭਾਈ ਰੰਗੀ ਰਾਮ,
ਔਰ ਉਹਨਾਂ ਦਾ ਕਈਆਂ ਜਗ੍ਹਾ ਨਾਂ ਵਰਸੋਵਾ ਸਿੰਘ ਵੀ ਆਇਆ ਹੈ ਇਹਨਾਂ ਦਾ ਨਾਂ। ਉਹਨਾਂ ਕੋਲੋਂ ਕੀਰਤਨ ਸਿੱਖਿਆ ਉਹਨਾਂ ਨੇ। ਐਂਡ ਉਹਨਾਂ ਦਿਨਾਂ ਵਿੱਚ ਇਹ ਜਿਹੜੇ ਭਾਈ ਰੰਗੀ ਰਾਮ ਵਾਸ ਨਿਰਮਲੇ ਟ੍ਰੈਡੀਸ਼ਨ ਵਿੱਚੋਂ ਸਨ। ਸੋ ਜਸਟ ਟੂ ਲੈਟ ਯੂ ਨੋ ਕਿ ਪੀਪਲ ਵੀ ਡੋਂਟ ਅਲਾਓ ਐਨੀ ਮੋਰ ਟੂ ਬੀ ਸਿਕਸ ਨਾਓ। ਇੱਕ ਟਾਈਮ ਜਦੋਂ ਅਸੀਂ ਕੀਰਤਨ ਉੱਥੋਂ ਸਿੱਖਣਿਆ ਸਾਰਾ ਕੁਝ। ਵਿਦਿਆ ਦੇ ਬਹੁਤ ਵੱਡੇ ਸਨ। ਧਰੁਪਦ ਮਿਊਜ਼ਿਕ ਦੇ ਬਹੁਤ ਵੱਡੇ ਐਕਸਪੋਨੈਂਟ ਸਨ ਯੂ ਨੋ। ਤੇ ਬਾਈ ਦਾ ਟਾਈਮ ਹੀ ਟਰਨ 20 ਸੋ 6-7-8 ਸਾਲ ਉਹਨਾਂ ਨੇ ਘਰੋਂ ਬਾਹਰ ਬਿਤਾਏ ਉਹਨਾਂ ਨੇ। ਐਂਡ ਲਿਵਡ ਇਨ ਟੀਚਰਸ ਹਾਊਸ ਐਂਡ ਲਰਨਡ ਐਵਰੀਥਿੰਗ ਵਾਟ ਐਵਰ ਹੀ ਨੀਡਡ ਟੂ ਲਰਨ ਯੂ ਨੋ। ਤੇ ਕਹਿੰਦੇ ਹਨ ਕਿ ਬਾਈ ਦਾ ਟਾਈਮ ਹੀ ਬਿਕੇਮ 20 though he was an accomplished ਕੀਰਤਨੀਆ। this is in now in 1890s now 1892 1893 ਦੇ ਕਰੀਬ। ਤੇ ਦਰਬਾਰ ਸਾਹਿਬ ਵੀ ਕੀਰਤਨ ਕਰਦੇ ਸਨ, ਹੋਰ ਜਗ੍ਹਾ ਵੀ ਕੀਰਤਨ ਕਰਦੇ ਸਨ, ਲੋਕਲੀ ਵੀ ਕੀਰਤਨ ਕਰਦੇ ਸਨ। ਤੇ ਕਹਿੰਦੇ ਹਨ ਕਿ ਮੈਂ ਜੋ ਸੁਣਿਆ ਕਿ ਇੱਕ ਵਾਰੀ ਇੱਕ ਸ਼ਬਦ ਜਦੋਂ ਗਾ ਲੈਣ ਤੇ 13 ਸਾਲ ਉਸ ਸ਼ਬਦ ਨੂੰ ਗਾਉਣ ਦੀ ਲੋੜ ਨਹੀਂ ਪੈਂਦੀ ਸੀ। repertoire was more than 1300 compositions in numerous rags, in numerous tals, you know. इतनी अंदरों सी अंदरों। और पुरातन कीर्तनियाँ जो एक नोटिस गल की होनी है कि they remember everything. I mean, I have had several instances with Bhai Avtar Singh Ji whereby, you know, one instance I distinctly remember in Kanoga Park Gurdwara. This must be in the year 1999, 2000 या 2001 ਦੀ ਗੱਲ ਹੋਣੀ ਹੈ। We got a phone call from the Gurdwara ਕਿ ਭਾਈ ਸਾਹਿਬ ਨੂੰ ਕਹੋ ਕਿ ਆਸਾ ਦੀ ਵਾਰ ਦਾ ਕੀਰਤਨ ਕਰਨ। ਤੇ ਅਸੀਂ ਗਏ, ਪਹੁੰਚੇ ਸਵੇਰੇ 6 ਵਜੇ ਤੜਕੇ ਸਵੇਰੇ ਪਹੁੰਚ ਗਏ। ਤੇ ਪਹੁੰਚੇ ਉੱਥੇ ਤੇ ਬੈਠੇ ਕੀਰਤਨ ਤੇ ਜਦੋਂ ਉਹਨਾਂ ਨੂੰ ਇਸ਼ਾਰਾ ਕੀਤਾ ਤੇ they said okay, so they all three of us sat there, you know. This is pre Kultar Veer Ji's time. He was not a part of the Jatha those days. This is prior to his joining. I don't know whether you guys were there or not. ਮੈਂ ਸੀ ਉੱਥੇ ਸਵੇਰੇ। ਉੱਥੇ ਉਹ ਬੈਠੇ ਤੇ ਕੀਰਤਨ ਤੇ ਜਦੋਂ ਕੀਰਤਨ ਤੇ ਬੈਠ ਗਏ ਤੇ ਅੱਖਾਂ ਬੰਦ ਹੋ ਗਈਆਂ ਤੇ ਉਹਨਾਂ ਨੇ ਆਪਣਾ ਸਾਜ਼ ਸੂਜ਼ ਆਪਣੇ ਸੁਰ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਤੇ ਤਬਲਾ ਵੀ। ਤੇ ਉਹ ਨਾਲ ਇੱਕ ਓਲਡ ਲੇਡੀ ਜਸਟ ਵਾਕਸ ਅਪ ਟੂ ਮੀ, ਪ੍ਰੀਟੀ ਓਲਡ, ਆਈ ਵੁੱਡ ਸੇ 80s ਵਿੱਚ 90s ਵਿੱਚ ਉਮਰ ਹੋਣੀ ਹੈ। ਤੇ ਕਹਿਣ ਲੱਗੇ ਇਹ ਕੌਣ ਬੈਠਾ ਹੋਇਆ ਬਾ ਇੱਥੇ, ਕੌਣ ਕੀਰਤਨ ਕਰ ਰਿਹਾ ਹੈ? ਇਹ ਭਾਈ ਜਵਾਲਾ ਸਿੰਘ ਹੈ। ਮੈਂ ਕਿਹਾ ਨਹੀਂ, ਭਾਈ ਜਵਾਲਾ ਸਿੰਘ ਉਹਨਾਂ ਦੇ ਬੇਟੇ ਹਨ ਭਾਈ ਅਵਤਾਰ ਸਿੰਘ। ਕਹਿੰਦੇ ਹਾਂ, ਸ਼ਕਲ ਮਿਲਦੀ ਹੈ ਬੜੀ। ਤੇ ਇਹ ਕੀਰਤਨ ਤੇ ਮੈਂ ਤਾਂ ਉਹਨਾਂ ਦਾ ਕੀਰਤਨ ਸੁਣਿਆ ਹੋਇਆ ਹੈ ਬੜੀ ਵਾਰੀ। ਮੈਂ ਕਿਹਾ ਦੈਟਸ ਗੁੱਡ। ਮੈਂ ਫਸਟ ਟਾਈਮ ਸੁਣਿਆ ਕਿਸੇ ਭਾਈ ਜੀ ਵੀ ਕੀਰਤਨ ਸੁਣਿਆ ਹੋਵੇ। ਕਹਿੰਦੇ ਹਾਂ, ਕਹਿੰਦੇ ਇਹਨਾਂ ਨੂੰ ਰਿਕੁਐਸਟ ਕਰੋਗੇ ਇੱਕ ਕੀਰਤਨ ਮੈਂ ਇੱਕ ਸ਼ਬਦ ਸੁਣਨਾ, ਉਹਨੂੰ ਜਾ ਕੇ ਕਹਿ ਦਿਓ। ਮੈਂ ਕਿਹਾ ਮੈਂ ਨਹੀਂ ਜਾਣਦਾ, ਹੁਣ ਉਹ ਬੈਠ ਗਏ ਨੂੰ ਤੇ ਆਈ ਕਾਂਟ ਗੋ ਨਾਓ। You know, Kultar Veer Ji and I have a different relationship, you know. With him, it was like a whole different formal thing, you know. I can't just go there. They're already sitting, they close their eyes and everything. I can't just go tell them कि उन्हें कीर्तन शब्द पढ़ो तो जाके. She requested 2 shabads to me. She requested दो रीता पढ़न दा उन्होंने मैंने request की थी। एक सूलफाक वाली ਜਿਹੜੀ ਅਸੀਂ ਸਿੱਖੀ ਹੋਈ ਹੈ, ਮਾਜ ਵਾਲੀ ਤੇਰਾ ਮੁਖ ਸੁਹਾਵਾ, ਮੈਂ ਨਹੀਂ ਕਦੀ ਸੁਣੀ ਸੀ ਪਹਿਲੇ। ਨਾ ਉਸ ਵੇਲੇ ਕੀਰਤਨ ਸਿੱਖਣਾ ਸ਼ੁਰੂ ਨਹੀਂ ਕੀਤਾ ਸੀ ਇਹਨਾਂ ਕੋਲੋਂ। We started to learn 2010 ਚੋਂ ਇਹਨਾਂ ਚੋਂ ਫੈਮਿਲੀ ਤੋਂ। And then the second shabad she requested, I never heard that shabad, ਹੁਣ ਜਾ ਕੇ ਸਿੱਖਿਆ ਤਮਾਰ ਵਾਲੀ ਰੀਤ, ਓਏ ਪਰਦੇਸੀਆ ਹੈ। ਇਹ 2 ਰਿਕੁਐਸਟ ਕੀਤੀਆਂ ਉਹਨਾਂ ਨੇ ਉਸ 85 ਪਲੱਸ ਓਲਡ ਲੇਡੀ ਨੇ। ਆਫ ਕੋਰਸ ਉਹਨਾਂ ਨੂੰ ਯਾਦ ਹੋਣੀਆਂ ਰੀਤਾਂ। ਮੈਨੇ ਕਿ ਉਹਨਾਂ ਨੇ ਘੱਟੋ ਘੱਟ 60-70 ਸਾਲ ਪਹਿਲੇ ਸੁਣੀਆਂ ਹੋਣੀਆਂ ਉਹਨਾਂ ਨੇ। ਸ਼ੀ ਮਸਟ ਹੈਵ ਰਿਮੈਂਬਰਡ, ਬਟ ਸ਼ੀ ਫੋਰਸਡ ਮੀ ਟੂ ਗੋ। ਕਹਿੰਦੇ ਨਹੀਂ ਜਾਓ, ਹੁਣੇ ਕਹਿ ਕੇ ਆਓ, ਇਹ ਰੀਤਾਂ ਮੈਂ 2 ਸੁਣਨੀਆਂ ਜ਼ਰੂਰ। ਫਿਰ ਮੈਂ ਵੀ ਹਿੰਮਤ ਕਰਕੇ ਚਲਾ ਗਿਆ ਉੱਥੇ। ਤੇ ਮੇਰੀ ਹਿੰਮਤ ਹੀ ਨਹੀਂ ਪਈ ਭਾਈ ਸਾਹਿਬ ਕੋਲ ਜਾਣ ਦੀ। ਮੈਂ ਭਾਊ ਜੀ ਕੋਲ ਗਿਆ, ਉਹਨੇ ਕੰਨਾਂ 'ਚ ਮੈਂ ਕਿਹਾ ਉਹ ਆਏ, ਇਹ 2 ਰੀਤਾਂ ਉਹਨਾਂ ਨੇ ਰਿਕੁਐਸਟ ਕੀਤੀਆਂ 2। ਤੇ ਕਹਿੰਦੇ ਮੈਂ ਇੱਕੋ ਹੀ ਰੀਤ ਦੱਸੀ, ਮੈਂ 2 ਨਹੀਂ ਦੱਸੀਆਂ। ਮੈਂ ਉਹ ਪਰਦੇਸੀਆ ਦੀ ਗੱਲ ਨਹੀਂ ਕੀਤੀ। ਮੈਂ ਸਿਰਫ ਮੈਂ ਕਿਹਾ ਇੱਕੋ ਹੀ ਕਵਾਂ, ਇਹ ਕਹਿਣਗੇ 2 ਕਹਿਣ ਆ ਗਿਆ ਹੁਣੇ ਕੀਰਤਨ ਸ਼ੁਰੂ ਕਰਨ ਵਾਲੇ ਆ। ਮੈਂ ਇੱਕੋ ਹੀ ਕਹੀ ਹੈ ਵਾਲੀ ਮਾਝ ਵਾਲੀ ਰੀਤ, ਤੇਰਾ ਮੁਖ ਸੁਹਾਵਾ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਪੁਰਾਤਨ ਕੀਰਤਨੀਆਂ ਦੀ ਕੀਰਤਨ ਸ਼ੁਰੂ ਹੋਇਆ ਤੇ ਉਹ ਜਦੋਂ ਪਹਿਲੇ ਤਾਂ ਉਹ ਗਾ ਗਏ ਉਹ ਮੁਖ ਸੁਹਾਵਾ। ਮੈਂ ਕਿਹਾ ਹਾਂ, ਉਹ ਮੈਂ ਕਿਹਾ ਹੋਇਆ ਸੀ ਸ਼ਾਇਦ ਇਹਨਾਂ ਨੇ ਕਿਹਾ ਹੋਵੇ, ਪਰ ਮੈਂ ਨਹੀਂ ਸੁਣਿਆ ਭਾਊ ਜੀ ਨੂੰ ਕਹਿੰਦਿਆਂ ਉਹਨਾਂ ਨੂੰ ਵੀ ਤੁਸੀਂ ਕਿਹੜੀ, ਜਾਂ ਅਨਲੈਸ ਹੀ ਓਵਰਹਰਡ ਮੀ ਵੈਨ ਹੀ ਵਾਜ਼ ਸਿਟਿੰਗ ਨੈਕਸਟ ਟੂ ਹਿਮ। ਆਈ ਡਿਡ ਨਾਟ ਮੈਂਸ਼ਨ ਐਨੀਥਿੰਗ ਟੂ ਹਿਮ, ਬਟ ਹੀ sang that ਰੀਤ। ਐਂਡ lo behold, at the starting of the 16th chakka, he starts that ਰੀਤ ਓਏ ਪਰਦੇਸੀਆ ਹੈ।
Now, he must have been at least 40, 30 feet away from me when this old lady came over. There's no way he could have listened to that. Ki hoya. And when he started that, I started to cry also. How the hell? How does this happen? And then when he came out, मैंने गल दसी, he just mentioned, ਤੇ मैं कोई गल पूछे, मैं कि last time ਤੁਸੀਂ ਕਦੋਂ ਪੜ੍ਹੀ ਸੀ ਇਹ ਰੀਤ? ਕਹਿੰਦੇ 1940s ਵਿੱਚ ਕਿਧਰੇ, 40, 50 years ago. ਉਸ ਤੋਂ ਬਾਅਦ ਨਹੀਂ ਪੜ੍ਹੀ ਕਦੀ. But they sang it as if they sang it yesterday. Perfect pitch एकदम, कोई issue नहीं, ਤਾਲ ਦੀ ਜਾਂ ਕਿਧਰੇ ਵੀ ਪੜਤਾਲ ਹੈ, ਮੁਸ਼ਕਿਲ ਹੈ ਗਾਣੀ, ਕੋਈ ਨਾ easy ਨਹੀਂ ਹੈ ਕੰਮ. So ਇਹ ਕੀਰਤਨੀਏ, it was special people sent though in the training, they worked hard and they devoted their life. And ਸਾਡੇ ਤਰਫੋਂ, ਮੇਰੀ ਤਰਫੋਂ and everything, we have a small effort here at KCF, we try to do with limited success ਮਿਲੀ ਹੈ. ਗੁਰਦੁਆਰਿਆਂ ਵਿੱਚ ਇਹ ਕੀਰਤਨ ਹੁਣ is like almost gone now. Yeah, I think we forcefully sometimes do kirtan when we are given an opportunity inside. We do it, but this Drupad form of kirtan though is completely extinct now. But this is the kirtan from Guru Maharaj time though. Maharaj time to kirtan, us ਵੇਲੇ kirtan ਇੰਜ ਹੀ ਹੁੰਦੇ ਸਨ. ਤਾਂ ਹੀ ਉਸ ਕੀਰਤਨ ਵਿੱਚ ਤਾਕਤ ਬੜੀ ਸੀ, ਉਹਦੇ feelings and everything were there though. They knew about it. So 20 years the accomplished Kirtaniya started doing the Kirtan, and lo behold, within 5 or 10 years or so, fame बड़ा ਵੱਧ ਗਿਆ ਹਰ ਜਗ੍ਹਾ, ਬੜੀਆਂ ਡਿਮਾਂਡ ਆਣੀਆਂ ਸ਼ੁਰੂ ਹੋ ਗਈਆਂ. ਦਰਬਾਰ ਸਾਹਿਬ ਰੈਗੂਲਰਲੀ ਕੀਰਤਨ ਸ਼ੁਰੂ ਕਰ ਦਿੱਤਾ, ਨਨਕਾਣਾ ਸਾਹਿਬ ਜਾ ਕੇ ਕੀਰਤਨ ਕਰਦੇ ਸਨ. ਮਹੀਨਾ ਡੇਢ ਮਹੀਨਾ ਘਰੋਂ ਬਾਹਰ ਰਹਿ ਕੇ ਕੀਰਤਨ ਕਰਦੇ ਸਨ. ਇੱਥੇ ਤੱਕ ਕਿ ਉਸ ਵੇਲੇ ਸਾਧਨ ਨਹੀਂ ਸਨ early 1900s ਵਿੱਚ, I'm talking about 1910, 1915, 1914 ਵਿੱਚ ਸਾਧਨ ਨਹੀਂ ਸਨ ਇਹਨੇ. But Pauji ਕਹਿੰਦੇ ਕਿ I have in 1920s and 30s he has accompanied him to Patna Sahib also. They went to Huzur Sahib to do Kirtan, So ਬੜੀਆਂ ਇਹੋ ਜਿਹੀਆਂ ਸਟੋਰੀਜ਼ ਹਨ ਜਿਹੜੀਆਂ ਮੈਂ ਸੁਣੀਆਂ ਹੋਈਆਂ ਫੈਮਿਲੀ ਵਿੱਚੋਂ and everything, ਕਿ ਬਹੁਤ accomplished ਕੀਰਤਨੀਏ ਸਨ. ਤੇ 1920s ਵਿੱਚ ਜਦੋਂ ਗੁਰਦੁਆਰਾ ਲਹਿਰ ਸੁਧਾਰ ਮੂਵਮੈਂਟ ਜਦੋਂ ਚੱਲੀ, ਜਦੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਜਿਹੜੀ ਮੂਵਮੈਂਟ ਜਦੋਂ ਚੱਲੀ ਉੱਥੋਂ, ਤੇ ਭਾਈ ਸਾਹਿਬ ਪਾਰਟਿਸਿਪੇਟਡ ਇਨ ਦੈਟ ਮੂਵਮੈਂਟ ਅ ਲਾਟ. 3 ਮੋਰਚਿਆਂ ਵਿੱਚ ਆਪ ਗਏ ਨਾਲ, ਆਪਣਾ ਵਾਜਾ ਲੈ ਕੇ, ਆਪਣੇ ਤੰਤੀ ਸਾਜ਼ ਲੈ ਕੇ, ਜਿੱਥੇ ਸੰਗਤ ਬੈਠਦੀ ਸੀ ਨਾਲ ਤੇ ਆਪ ਕੀਰਤਨ ਕਰਦੇ ਸਨ ਉੱਥੇ ਨਾਲ ਬੈਠ ਕੇ. ਗੁਰੂ ਕੇ ਬਾਗ ਦੇ ਮੋਰਚੇ ਵਿੱਚ, ਚਾਬੀਆਂ ਦੇ ਮੋਰਚੇ ਵਿੱਚ, ਤੇ ਸਭ ਤੋਂ ਵੱਡਾ ਫਿਰ ਗੰਗਸਰ ਜੈਤੋ ਵਾਲਾ ਮੋਰਚਾ. I don't know whether people are aware of these morchas, what they are, but I think there was, 2 years ago, I had given a long talk on these and went over them, ਤੇ ਗੰਗਸਰ ਜੈਤੋ ਵਾਲੇ ਮੋਰਚੇ ਵਿੱਚ ਬ੍ਰਿਟਿਸ਼ ਆਫੀਸਰਸ ਨੇ ਵਾਰਨ ਕੀਤਾ ਉਹਨਾਂ ਨੂੰ ਕਿ ਤੁਸੀਂ ਇੱਥੇ ਕੀਰਤਨ ਨਹੀਂ ਕਰ ਸਕਦੇ. ਅਗਰ ਅਸੀਂ ਕਰਾਂਗੇ ਕੀਤਾ ਤੇ they was arrested. He was arrested and put behind bars. They put behind bars ਤੇ ਇਹਨਾਂ ਨੇ ਫਿਰ ਜੇਲ੍ਹ ਦੇ ਅੰਦਰ ਕੀਰਤਨ ਕਰਨਾ ਸ਼ੁਰੂ ਕਰਤਾ. ਸਵੇਰੇ ਸ਼ਾਮ, ਸਵੇਰੇ ਆਸਰੀਵਾਰ ਦੀ ਚੌਕੀ, ਸ਼ਾਮੀ ਰਹਿਰਾਸ ਦੀ ਆਰਤੀ ਵਾਲੀ ਚੌਕੀ ਲਗਾਉਣੀ ਸ਼ੁਰੂ ਕਰਤੀ. ਤੇ ਉਹਨਾਂ ਨੇ ਦ ਬ੍ਰਿਟਿਸ਼ ਗਵਰਨਮੈਂਟ ਡਿਸਾਈਡਡ ਕਿ ਕੀਰਤਨ ਬੰਦ ਕਰ ਦਿਓ. ਉਹਨਾਂ ਨੇ ਵਾਜਾ ਹੀ ਲਾ ਲਿੱਤਾ ਇਹਨਾਂ ਦਾ. ਪਰ ਲਿਟਲ ਡਿਡ ਦੇ ਨੋ ਕਿ ਦੇ ਡਿਡ ਨੀਡ ਅ ਹਾਰਮੋਨੀਅਮ. ਦੇ ਵਰ ਨਾਟ ਲਾਈਕ ਅਸ. ਦੇ ਡਿਡਨਟ ਲਰਨ ਫਰਮ ਦ ਹਾਰਮੋਨੀਅਮ ਕੀਜ਼ ਹਾਊ ਟੂ ਡੂ ਕੀਰਤਨ. ਦੇਅਰ ਸੁਰਸ ਵੇਰ ਕਮਿੰਗ ਫਰਮ ਇਨਸਾਈਡ ਦੋ. ਉਹ ਤਾਨਪੁਰੇ ਨਾਲ ਸਿੱਖੇ ਹੋਏ ਬੰਦੇ, ਉਹਨਾਂ ਨੂੰ ਵਾਜੇ ਦੀ ਕੋਈ ਲੋੜ ਨਹੀਂ ਹੈ. ਮੂਰਖਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ. In fact, just to let you know, I am told that ਜਿਹੜਾ ਉਹ ਵਾਜਾ ਉਹਨਾਂ ਨੇ, ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਜਿਹੜਾ ਕਨਫਿਸਕੇਟ ਕੀਤਾ, ਉਹਨਾਂ ਨੇ ਵਾਪਸ ਨਹੀਂ ਕੀਤਾ. 1947 ਤੋਂ ਬਾਅਦ ਜਦੋਂ ਵਾਪਸ ਕੀਤਾ ਤਾਂ ਉਹਨਾਂ ਨੇ ਫਿਰ ਉਹ ਰੱਖਿਆ ਨਹੀਂ. ਉਹ ਹੁਣ ਅਜਾਇਬ ਘਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਉੱਤੇ ਜਿਹੜੀ ਮਿਊਜ਼ੀਅਮ ਹੈ ਉਹਦੇ ਵਿੱਚ ਉਹਨਾਂ ਦਾ ਵਾਜਾ ਉੱਥੇ ਪਿਆ ਹੋਇਆ. ਚਾਰੇ ਬੁਰੀ ਕੰਡੀਸ਼ਨ ਵਿੱਚ ਹੀ ਹੈ, ਚਾਰੇ ਮਿੱਟੀ ਕੱਟਾ ਲੱਗ ਗਿਆ ਉਹਦੇ ਉੱਤੇ. ਇਜ਼ ਨਾਟ ਪੁੱਟ ਇਨ ਅ ਵੈਰੀ ਗੁੱਡ ਕੰਡੀਸ਼ਨ. ਆਈ ਵਿਸ਼ ਦੇ ਟੁੱਕ ਬੈਟਰ ਕੇਅਰ ਆਫ ਦੈਟ ਸਟਫ, ਸੋ ਉੱਥੇ ਕੀਰਤਨ ਵਿੱਚ ਉਹਨਾਂ ਨੇ ਜੁਝਾਰੂ ਕੀਰਤਨੀਆਂ ਦੇ ਫਿਰ ਰੂਪ ਵਿੱਚ ਉਹ ਆ ਕੇ ਤੇ ਅਰੈਸਟ ਹੋ ਕੇ ਬੜੀ ਦੇਰ ਜੇਲ੍ਹ ਵਿੱਚ ਰਹੇ, ਬਾਹਰ ਨਿਕਲਦੇ ਰਹੇ, ਫਿਰ ਅੰਦਰ ਕਰ ਦਿੰਦੇ ਸਨ ਐਂਡ ਐਵਰੀਥਿੰਗ. ਸੋ ਇਹ ਕੀਰਤਨ ਜਿਹੜਾ ਵੇ, ਕੀਰਤਨ ਦੀਆਂ ਸ਼ੈਲੀਆਂ ਜਿਹੜੀਆਂ ਹਨ ਕੀਰਤਨ ਦੀਆਂ, ਅਗਰ ਮੈਂ ਕਹਾਂ ਤੇ ਇੱਕ ਜਿਹੜੀ ਸ਼ੈਲੀ ਜਿਹੜੀ ਇਹਨਾਂ ਨੇ ਅਪਣਾਈ ਉਹ ਧਰੁਪਦ ਸ਼ੈਲੀ ਹੈ. ਧਰੁਪਦ ਹੈ ਕੀਰਤਨ ਇਹਨਾਂ ਦਾ, ਧਰੁਪਦੀ ਹੈ. ਪੁਰਾਤਨ 5000 ਸਾਲ ਪਹਿਲੇ ਹਿੰਦੁਸਤਾਨ ਦਾ ਮਿਊਜ਼ਿਕ ਹੈ, ਜਿਹੜੀਆਂ ਰਿਗ ਵੇਦਾਂ 'ਚੋਂ ਆਇਆ ਹੈ. ਸਲੋ ਹੈ, ਸਟਰੋਂਗ ਹੈ, ਹੋਰ ਬਹੁਤ ਭਾਵਨਾ ਵਾਲਾ ਹੈ. ਹੁਣ ਅੱਜ ਕੱਲ੍ਹ
ਘੱਟ ਹੁੰਦੇ ਨੇ 4 ਤਾਲ ਦੀਆਂ। ਅਸੀਂ ਪੜ੍ਹਦੀਆਂ ਰੀਤਾਂ ਅਸੀਂ ਸਿੱਖੀਆਂ ਹੋਈਆਂ ਨੇ, ਸੋ ਵੀ ਟੀਚ ਆਲਸੋ ਐਂਡ ਐਵਰੀਥਿੰਗ। ਬਟ ਹੁਣ ਇਹਦਾ ਕਿਉਂਕਿ ਸਿਖਾਉਣ ਵਾਲੇ ਘੱਟ ਗਏ ਨੇ ਬੜੇ, ਸਿਖਾਉਣ ਵਾਲੇ ਘਟਣ ਤੋਂ